सतनाम श्री वाहिगुरु साहिब जीओ। सतनाम श्री वाहिगुरु साहिब जीओ। फरीदा किथे तैंडे मापिया, जिनी तू जणियो तैं पासों ओए लद गए। तू अजे ना पतीण्यो, फरीदा गोर निमाणी सड करे। नी करया कर आओ, सर पर मैथै आवना। मरण ना डरिया हो, सर पर मैथै आवना। मरण ना डरिया हो। जुगो जुग अटल तख्त चबर छत्र दे मालक, बाणी गुरु शब्द गुरु धन श्री गुरु ग्रंथ साहिब सच्चे पातशाह जी दी पावन पवित्र मुकद्दस गोद विच जुड़ बैठे गुरु प्यारिओ, आओ सारियां संगतां मिल के गुरु पातशाह जी दे चरनां ते मस्तक धरीए। प्यार सैद फतेह दी सांझ पाओ जी। वाहिगुरु जी का खालसा, वाहिगुरु जी की फतेह। अज आप जी समुची संगत अति सत्कारयोग बीबी जसबीर कौर जी, जो सरबत संगतां नूं परिवार नूं विछोड़ा दे के मिरत मंडल की मर्यादा के मुताबिक अकाल चलाना कर चुके हैं। उन्हां दे निमित्त सतगुरु सच्चे पातशाह जी के पावन पवित्र चरण कमलों विच अरदास समागम दे विच हाज़री भरदियां होइयां आप जी गुरबाणी का कीर्तन सरवण करके लाहा प्राप्त कर रहे सी। आओ कुछ समा बकाया जो अपने कोल है, समय की सफलता वास्ते अपने अते विछड़ी हुई रूह के भले वास्ते सारियां संगतां गुरु पातशाह जी के चरणों में आके हाज़री भरो। सतगुरु सच्चे पातशाह जी के शब्द की पावन विचार के नाल जुड़ के अपनी जिंदगी दीयां घड़ियां नूं लेखे विच लाउण दा यतन करो। आओ विचार की रमता तो पहला एक बारी सारी संगत प्रेम सहित उचारण करो जी। सतनाम श्री वाहिगुरु सारे जपो जी। सतनाम श्री वाहिगुरु।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ। ਵਣਜ ਕਰਹੁ ਵਣਜਾਰਿਹੁ ਵਖਰ ਲਿਹੁ ਸੰਭਾਲ। ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਅੱਗੇ ਸਾਹੂ ਸੁਜਾਨ ਹੈ ਲੈਸੀ ਵਸਤ ਸੰਭਾਲ। ਭਾਈ ਰੇ RAM ਕਹੋ ਚਿਤ ਲਾਏ। ਹਰ ਜਸ ਵਖਰ ਲੈ ਚੱਲੋ ਸੋ ਦੇਖੈ ਪਤੀ ਆਏ ਰਹਾਉ। ਜਿਨ੍ਹਾਂ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ। ਖੋਟੇ ਵਣਜ ਵਣਜਿਐ ਮਨ ਤਨ ਖੋਟਾ ਹੋਏ। ਫਾਹੀ ਫਾਥੇ ਮਿਰਗ ਜਿਉ ਦੂਖ ਘਣੋ ਨਿਤ ਰੋਏ। ਖੋਟੇ ਪੋਤੈ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ। ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀਧਿਸ ਕੋਏ। ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ। RAM ਨਾਮ ਰੰਗ ਰਤਿਆਂ ਭਾਰ ਨਾ ਭਰਮ ਤਿਨਾਹਾ। ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਹਾ। ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪਾਂ ਮੰਗੀਏ। ਕਿਉਂਕਿ ਗੁਰੂ ਦੇ ਸ਼ਬਦ ਦੀ ਵਿਚਾਰ ਸਾਡੇ ਜੀਵਨ ਦੇ ਕਿਰਦਾਰ ਨੂੰ ਘੜਦੀ ਹੈ। ਸਾਡੇ ਜੀਵਨ ਦਾ ਉਹ ਪੱਖ ਜੋ ਬਹੁਤ ਕਮਜ਼ੋਰ ਹੈ। ਮੌਤ ਦਾ ਡਰ, ਮੌਤ ਦਾ ਭੈ, ਜਿਸ ਤੋਂ ਸਾਰੀ ਦੁਨੀਆ ਤਰਾਹ ਤਰਾਹ ਕਰਦੀ ਹੈ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਦਾ ਆਪਾਂ ਅੰਮ੍ਰਿਤ ਪੀ ਕੇ ਉਸ ਵਿਚਾਰ ਦੇ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ ਤਾਂ ਮੌਤ ਦੁਖਦਾਈ ਨਹੀਂ, ਬਲਕਿ ਮੌਤ ਇੱਕ ਆਨੰਦ ਦਾ ਸੁਨੇਹਾ ਲੈ ਕੇ ਸਾਡੇ ਜੀਵਨ ਵਿੱਚ ਆਏਗੀ। ਜਿਸ ਤਰ੍ਹਾਂ ਭਗਤ ਜੀ ਨੇ ਵਚਨ ਕੀਤੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ। ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸਾਨੂੰ ਸਭਨਾਂ ਨੂੰ ਉਸ ਆਨੰਦ ਅਤੇ ਪੂਰਨ ਆਨੰਦ ਤੱਕ ਪਹੁੰਚਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਇਹ ਅਗੰਮੀ ਬਚਨ ਬਖਸ਼ਿਸ਼ ਕੀਤੇ ਨੇ। ਸਭ ਤੋਂ ਪਹਿਲੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਬੜਾ ਹੀ ਪਿਆਰਾ ਸ਼ਬਦ ਵਰਤਿਆ ਹੈ। ਮਹਾਰਾਜ ਜੀ ਕਹਿੰਦੇ, ਵਣਜ ਕਰਹੁ ਵਣਜਾਰਿਹੁ ਵਖਰ ਲਿਹੁ ਸੰਭਾਲ। ਬੜੇ ਪਿਆਰ ਨਾਲ, ਬੜੀ ਗੰਭੀਰਤਾ ਨਾਲ, ਬੜੀ ਨਿਮਰਤਾ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਆਪ ਜੀ ਨੇ ਸਰਵਣ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਣਜਾਰਾ ਵਰਤਿਆ ਹੈ। ਸਾਨੂੰ ਸਭਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਵਣਜਾਰੇ ਆਖਿਆ ਹੈ। ਧਿਆਨ ਦੇਣਾ ਗੁਰਮੁਖੋ, ਇੱਥੇ ਸਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਏਗਾ ਕਿ ਅਸੀਂ ਤੇ ਖੇਤੀ ਕਰਦੇ ਹਾਂ, ਕੋਈ ਹੋਰ ਧੰਦਾ ਕਰਦਾ, ਕੋਈ ਕਿਰਤ ਕਰਦਾ ਹੈ, ਕੋਈ ਮਜ਼ਦੂਰੀ ਕਰਦਾ, ਕੋਈ ਦਿਹਾੜੀ ਕਰਦਾ ਹੈ, ਤੇ ਸ਼ਾਇਦ ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜੇ ਬਚਨ ਹਨ ਕਿਸੇ ਵਪਾਰ ਕਰਨ ਵਾਲੇ ਬੰਦੇ ਨੂੰ ਆਖੇ ਹੋਣਗੇ ਜਾਂ ਵਣਜ ਕਰਨ ਵਾਲੇ ਨੂੰ ਆਖੇ ਹੋਣਗੇ। ਪਰ ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਅੰਮ੍ਰਿਤ ਪੀਂਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਨਿਰਾਲੇ ਅਤੇ ਵਿਲੱਖਣ ਢੰਗ ਦੇ ਨਾਲ ਸਾਨੂੰ ਸਭਨਾਂ ਨੂੰ ਉਪਦੇਸ਼ ਦੇ ਕੇ ਸਮਝਾਇਆ ਹੈ। ਅਸਲ ਵਿੱਚ ਆਪਾਂ ਜਿੰਨੇ ਵੀ ਜੀਵ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਹੀ ਜੀਵ ਇਸ ਜਗਤ ਵਿੱਚ ਵਣਜਾਰੇ ਬਣ ਕੇ ਆਏ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਹੈ। ਮਹਾਰਾਜ ਜੀ ਕਹਿੰਦੇ, ਦੋਏ ਦੀਵੇ 14 ਹੱਟ ਨਾਲੇ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਜਗਤ ਦੀ ਰਚਨਾ ਕੀਤੀ ਹੈ
ਚੰਦ ਅਤੇ ਸੂਰਜ ਦੇ 2 ਦੀਵੇ ਜਗਾ ਦਿੱਤੇ। ਚੰਦ ਦੀ ਡਿਊਟੀ ਰਾਤ ਨੂੰ ਲਾ ਦਿੱਤੀ, ਸੂਰਜ ਦੀ ਡਿਊਟੀ ਦਿਨੇ ਲਗਾ ਦਿੱਤੀ। ਮਹਾਰਾਜ ਜੀ ਕਹਿੰਦੇ ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਜਿੰਨੇ ਵੀ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਭੇਜੇ ਨੇ, ਮਹਾਰਾਜ ਜੀ ਕਹਿੰਦੇ ਉਹ ਸਾਰੇ ਹੀ ਵਣਜਾਰੇ ਬਣਾ ਕੇ ਭੇਜੇ ਨੇ। ਇੱਥੇ ਕੋਈ ਵਣਜ ਕਰਨ ਵਾਸਤੇ ਆਏ ਨੇ, ਇੱਥੇ ਕੋਈ ਲਾਹਾ ਲੈਣ ਵਾਸਤੇ ਆਏ ਨੇ। ਫਿਰ ਬਚਨ ਸੁਣਿਓ, ਮਹਾਰਾਜ ਜੀ ਕਹਿੰਦੇ ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਮਹਾਰਾਜ ਜੀ ਕਹਿੰਦੇ ਜਗਤ ਸਾਜਿਆ ਗਿਆ, ਉਸ ਸਿਰਜਣਹਾਰੇ ਨੇ ਜਗਤ ਦੀ ਰਚਨਾ ਰਚ ਦਿੱਤੀ। ਇੱਥੇ ਇਹ ਚੰਦਰਮਾ ਤੇ ਸੂਰਜ ਦੇ ਦੀਵੇ ਜਗਾ ਦਿੱਤੇ। ਇੱਥੇ ਹੱਟ ਖੁੱਲ ਗਏ ਤੇ ਬਹੁਤ ਜੀਵ ਇਸ ਧਰਤੀ ਦੇ ਉੱਤੇ ਵਪਾਰ ਕਰਨ ਵਾਸਤੇ, ਵਣਜ ਕਰਨ ਵਾਸਤੇ ਪਹੁੰਚ ਗਏ। ਪਰ ਜਿਹੜੇ ਵੀ ਜੀਵ ਇੱਥੇ ਆਏ ਨੇ ਉਹ ਸਾਰੇ ਹੀ ਚੱਲਣਹਾਰ ਨੇ। ਸਾਰਿਆਂ ਨੇ ਇੱਕ ਦਿਨ ਇੱਥੋਂ ਚਲੇ ਜਾਣਾ, ਇੱਥੇ ਰਹਿਣ ਵਾਸਤੇ ਕੋਈ ਨਹੀਂ ਆਇਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਣਜ ਕਰਹੁ ਵਣਜਾਰਿਹੁ, ਵੱਖਰ ਲਿਹੁ ਸੰਭਾਲ। ਵਣਜਾਰਾ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਬਾਣੀ ਆਪ ਜੀ ਨੇ ਪਹਿਰੇ ਦੇ ਸਰਲੇਖ ਦੇ ਹੇਠ ਉਚਾਰਨ ਕੀਤੀ ਹੈ, ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਣਜਾਰਾ ਸ਼ਬਦ ਕਹਿ ਕੇ ਸਾਨੂੰ ਸੰਬੋਧਨ ਕੀਤਾ ਹੈ। ਮਹਾਰਾਜ ਜੀ ਕਹਿੰਦੇ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗੁਰਬਾਸ। ਉਰਦ ਤਪ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਇੱਥੇ ਵੀ ਸਾਨੂੰ ਵਣਜਾਰਾ ਆਖਿਆ ਹੈ, ਪਰ ਇੱਥੇ ਨਾਲ ਇੱਕ ਹੋਰ ਵਿਲੱਖਣਤਾ ਮਹਾਰਾਜ ਜੀ ਨੇ ਵਰਣਨ ਕਰ ਦਿੱਤੀ। ਇੱਥੇ ਮਹਾਰਾਜ ਜੀ ਨੇ ਸਾਨੂੰ ਦਿਨ ਦਾ ਵਣਜਾਰਾ ਨਹੀਂ ਆਖਿਆ, ਇੱਥੇ ਰਾਤ ਦਾ ਵਣਜਾਰਾ ਆਖਿਆ। ਧਿਆਨ ਦੇਣਾ, 4 ਪਹਿਰ ਦਾ ਦਿਨ ਹੈ, 4 ਪਹਿਰ ਦੀ ਰਾਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨ ਦਾ ਵਣਜਾਰਾ ਕਹਿਣ ਦੀ ਬਜਾਏ ਸਾਨੂੰ ਰਾਤ ਦਾ ਵਣਜਾਰਾ ਕਿਉਂ ਕਹਿ ਰਹੇ ਨੇ? ਤੇ ਗੁਰਮੁਖ ਵਿਦਵਾਨਾਂ ਨੇ, ਗੁਰਬਾਣੀ ਦੇ ਖੋਜੀਆਂ ਨੇ ਜਦੋਂ ਸ਼ਬਦ ਦੇ ਸਾਗਰ ਵਿੱਚ ਟੁੰਬੀ ਲਗਾ ਕੇ ਇਹਦੇ ਅਰਥਾਂ ਨੂੰ, ਇਹਦੀ ਵਿਚਾਰ ਨੂੰ ਸਮਝਿਆ, ਤੇ ਗੁਰਮੁਖੋ ਪਹਿਰ ਭਾਵੇਂ ਦਿਨ ਦੇ ਵੀ 4 ਨੇ, ਪਰ ਰਾਤ ਦੇ ਵੀ 4 ਹੀ ਪਹਿਰ ਨੇ। ਦਿਨ ਦੇ ਪਹਿਰ ਆਪਾਂ ਜਾਗ ਕੇ ਲੰਘਾਉਂਦੇ ਆ, ਘੜੀ ਦੀ ਸੂਈ ਦੇ ਉੱਤੇ ਸਾਡਾ ਵਾਰ-ਵਾਰ ਧਿਆਨ ਜਾਂਦਾ ਹੈ, ਪਰ ਰਾਤ ਦੇ 4 ਪਹਿਰ ਸੁੱਤੇ ਪਿਆਂ ਹੀ ਲੰਘ ਜਾਂਦੇ ਨੇ। ਜਦੋਂ ਸੌਂਦੇ ਹਾਂ ਉਦੋਂ ਪਤਾ ਹੁੰਦਾ ਹੈ, ਜਦੋਂ ਉੱਠਦੇ ਹਾਂ ਉਦੋਂ ਪਤਾ ਲੱਗਦਾ ਹੈ, ਤੇ ਉੱਠ ਕੇ ਅੱਖਾਂ ਮਲਦੇ ਹੋਏ ਆਪਾਂ ਕਹਿੰਦੇ ਹਾਂ ਪਤਾ ਹੀ ਨਹੀਂ ਲੱਗਿਆ ਰਾਤ ਦੇ 4 ਪਹਿਰ ਸੁੱਤਿਆਂ ਦੇ ਕਿਵੇਂ ਲੰਘ ਗਏ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਰਾਤ ਦਾ ਵਣਜਾਰਾ ਕਿਉਂ ਆਖਿਆ ਹੈ? ਕਿਉਂਕਿ ਸਾਨੂੰ ਵੀ ਪਤਾ ਹੀ ਨਹੀਂ ਲੱਗ ਰਿਹਾ, ਸਾਡੀ ਸੁੱਤਿਆਂ ਦੀ ਹੀ ਜ਼ਿੰਦਗੀ ਲੰਘਦੀ ਜਾ ਰਹੀ ਹੈ। ਬਚਪਨ ਲੰਘ ਗਿਆ, ਜਵਾਨੀ ਦਾ ਪਹਿਰ ਲੰਘ ਗਿਆ, ਉਸ ਤੋਂ ਬਾਅਦ ਵਡੇਪਾ ਤੇ ਅੱਗੇ ਮੌਤ ਹੈ। ਇੱਥੇ 70-80 ਸਾਲ ਦਾ ਬੰਦਾ ਵੀ ਇਹ ਗੱਲ ਕਹਿੰਦਾ ਹੈ ਕਿ ਪਤਾ ਹੀ ਨਹੀਂ ਲੱਗਿਆ ਜ਼ਿੰਦਗੀ ਕਿਵੇਂ ਲੰਘ ਗਈ। ਅਜੇ ਤੇ ਇਦਾਂ ਲੱਗਦਾ ਕਿ ਥੋੜੇ ਦਿਨ ਪਹਿਲਾਂ ਹੀ ਮੇਰਾ ਜਨਮ ਹੋਇਆ ਸੀ, ਮੈਂ ਖੇਡਦਾ ਸੀ ਗਲੀਆਂ ਆਪਣੇ ਹਾਣੀਆਂ ਨਾਲ, ਤੇ ਪਤਾ ਨਹੀਂ ਲੱਗਿਆ ਕਦੋਂ ਜਵਾਨੀ ਆਈ ਕਦੋਂ ਚਲੀ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਸਾਨੂੰ ਰਾਤ ਦਾ ਵਣਜਾਰਾ ਕਹਿੰਦੇ ਨੇ, ਕਿਉਂਕਿ ਸਾਡੀ ਜ਼ਿੰਦਗੀ ਵੀ ਸੁੱਤਿਆਂ ਹੋਇਆਂ ਦੀ ਲੰਘ ਚੱਲੀ ਹੈ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਜਿਹੜਾ ਮਾਨਸ ਜਨਮ ਅਮੋਲਕ ਹੀਰਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਸੀ, ਇਹ ਕਾਹਦੇ ਵਾਸਤੇ ਸਾਨੂੰ ਮਿਲਿਆ ਸੀ, ਇਹਦੇ ਤੋਂ ਆਪਾਂ ਕੀ ਲਾਹਾ ਲੈਣਾ ਸੀ। ਜਿਵੇਂ ਭਾਈ ਸਾਹਿਬ ਹੋਰਾਂ ਨੇ ਆਰੰਭ ਦੇ ਵਿੱਚ ਨਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਿਆ ਸੀ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ।
ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਕਿਉਂਕਿ ਜ਼ਿੰਦਗੀ ਰਾਤ ਹੈ ਤੇ ਸੁੱਤਿਆਂ ਪਿਆਂ ਦੀ ਲੰਘ ਚੱਲੀ ਹੈ। ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ। ਅੱਜ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਵਣਜ ਕਰਹੁ ਵਣਜਾਰਿਹੁ ਵਖਰ ਲਿਹੁ ਸੰਭਾਲ। ਆਪਾਂ ਸਾਰੇ ਹੀ ਇੱਥੇ ਵਪਾਰੀ ਹਾਂ, ਵਣਜ ਕਰਨ ਵਾਸਤੇ ਆਏ ਹਾਂ, ਪਰ ਸਾਨੂੰ ਵਣਜ ਕਰਨ ਦੀ ਅਜੇ ਤੱਕ ਜੁਗਤ ਨਹੀਂ ਮਿਲੀ। ਜੋ ਅਸਲ ਵਣਜ ਹੈ ਉਹ ਵਣਜ ਸਾਨੂੰ ਕਰਨਾ ਨਹੀਂ ਆਇਆ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਉਸ ਤਰ੍ਹਾਂ ਦਾ ਵੱਖਰ, ਉਸ ਤਰ੍ਹਾਂ ਦੀ ਵਸਤੂ, ਉਸ ਤਰ੍ਹਾਂ ਦਾ ਧਨ ਇਕੱਤਰ ਕਰ, ਇਕੱਠਾ ਕਰ ਜਿਹੜਾ ਤੇਰੇ ਨਾਲ ਨਿਭਣਾ ਹੈ। ਹੁਣ ਇੱਥੇ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜਦੋਂ ਸਰੀਰ ਨੇ ਸੜ ਜਾਣਾ ਹੈ, ਜਦੋਂ ਕੋਈ ਪ੍ਰਾਨੀ ਚੜ੍ਹਾਈ ਕਰ ਜਾਂਦਾ ਹੈ, ਆਪੋ ਆਪਣੇ ਧਰਮ ਦੀ ਮਰਿਆਦਾ ਦੇ ਮੁਤਾਬਕ ਕੋਈ ਸੰਸਕਾਰ ਕਰ ਦਿੰਦਾ ਹੈ, ਕੋਈ ਜਲ ਪ੍ਰਵਾਹ ਕਰ ਦਿੰਦਾ ਹੈ, ਕੋਈ ਕਬਰ ਵਿੱਚ ਦਫਨਾ ਕੇ ਇਹਨੂੰ ਦੱਬ ਦਿੰਦਾ ਹੈ, ਤੇ ਫਿਰ ਕਿਹਦੇ ਨਾਲ ਸ਼ਬਦ ਨੇ ਜਾਣਾ ਹੈ, ਕਿਹਦੇ ਨਾਲ ਧਰਮ ਨੇ ਜਾਣਾ ਹੈ, ਕਿਹਦੇ ਨਾਲ ਸ਼ੁਭ ਕਰਮਾਂ ਨੇ ਜਾਣਾ ਹੈ। ਜਦੋਂ ਇਹ ਸਵਾਲ ਸਾਡੇ ਸਾਹਮਣੇ ਪੈਦਾ ਹੁੰਦਾ ਹੈ ਤੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚੋਂ ਹੀ ਉੱਤਰ ਲੈਣਾ ਹੈ। ਮਰਦਾ ਗੁਰਮੁਖੋ ਸਰੀਰ ਹੈ, ਜੀਵ ਕਦੇ ਨਹੀਂ ਮਰਦਾ। ਜਿਹੜੀ ਆਤਮਾ ਪ੍ਰਮਾਤਮਾ ਨੇ ਸਾਡੇ ਅੰਦਰ ਧਰੀ ਹੈ ਨਾ, ਜਿਹੜੀ ਜੋਤ ਸਾਡੇ ਅੰਦਰ ਟਿਕਾਈ ਹੈ, ਉਹ ਨਹੀਂ ਮਰਦੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰ ਕਾ ਬਚਨ ਵਸੈ ਜੀ ਨਾਲੇ। ਇੱਥੇ ਸਰੀਰ ਦੀ ਗੱਲ ਨਹੀਂ ਕੀਤੀ। ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ, ਗੁਰੂ ਦਾ ਬਚਨ ਉਸ ਜੀਵ ਆਤਮਾ ਦੇ ਨਾਲ ਵਸਦਾ ਹੈ, ਜਿਹਦੇ ਕਰਕੇ ਇਹ ਸਾਡਾ ਸਰੀਰ ਤੁਰਿਆ ਫਿਰਦਾ ਹੈ, ਜਿਹਦੇ ਕਰਕੇ ਸਾਡਾ ਇਹ ਜੀਵਨ ਚੱਲ ਰਿਹਾ ਹੈ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ। ਜਿਹੜੀ ਜੀਵ ਦੇ ਨਾਲ, ਆਤਮਾ ਦੇ ਨਾਲ, ਤੇਰੇ ਆਪਣੇ ਆਪੇ ਦੇ ਨਾਲ ਜਾਣ ਵਾਲੀ ਚੀਜ਼ ਹੈ, ਵਸਤੂ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਸਾਈਏ ਤੋਂ ਭਾਵ ਇਕੱਠੀ ਕਰੀਏ, ਜੋੜੀਏ, ਆਪਣੇ ਅੰਦਰ ਜਮ੍ਹਾਂ ਕਰੀਏ। ਜਿਹੜੀ ਵਸਤੂ ਨੇ ਸਾਡੇ ਨਾਲ ਜਾਣਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਅਗਲੀ ਪੰਕਤੀ ਵਿੱਚ ਗੁਰੂਦੇਵ ਪਾਤਸ਼ਾਹ ਜੀ ਨੇ ਬੜਾ ਕਮਾਲ ਦਾ ਵਚਨ ਕੀਤਾ। ਮਹਾਰਾਜ ਜੀ ਕਹਿੰਦੇ, ਅੱਗੇ ਸਾਹੂ ਸੁਜਾਨ ਹੈ, ਲੈਸੀ ਵਸਤ ਸੰਭਾਲ। ਇੱਕ ਵੱਡਾ ਸ਼ਾਹੂਕਾਰ ਹੁੰਦਾ ਨਾ ਗੁਰਮੁਖੋ, ਜਾਂ ਅੱਜ ਕੱਲ ਬਹੁਤ ਸਾਰੇ ਵਪਾਰ ਕਰਨ ਵਾਲੇ ਜਿਹੜੇ ਵਪਾਰੀ ਨੇ, ਉਹ ਬੈਂਕ ਤੋਂ ਲੋਨ ਲੈ ਕੇ, ਮਾਇਆ ਉਧਾਰੀ ਲੈ ਕੇ ਆਪਣਾ ਵਪਾਰ ਸ਼ੁਰੂ ਕਰਦੇ ਨੇ। ਤੇ ਕੁਝ ਸਮੇਂ ਬਾਅਦ ਜੇ ਆਪਾਂ ਸ਼ਾਹੂਕਾਰ ਤੋਂ ਧਨ ਲਿਆ ਹੈ ਜਾਂ ਬੈਂਕ ਤੋਂ ਲੋਨ ਲਿਆ ਹੈ, ਤੇ ਉਹਨੂੰ ਹਿਸਾਬ ਦੇਣਾ ਪੈਂਦਾ, ਉਹਨੂੰ ਵਾਪਸੀ ਕਰਨੀ ਪੈਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਇਹ ਕਹਿ ਰਹੇ ਨੇ, ਪਿਆਰਿਆ, ਜਿਸ ਸ਼ਾਹੂਕਾਰ ਨੇ ਤੈਨੂੰ ਸਵਾਸਾਂ ਦੀ ਪੂੰਜੀ ਦਾ ਧਨ ਦੇ ਕੇ ਇਸ ਸੰਸਾਰ ਦੇ ਉੱਤੇ ਭੇਜਿਆ ਹੈ, ਉਹ ਤੈਨੂੰ ਉਡੀਕ ਰਿਹਾ ਹੈ ਕਿ ਜਿਸ ਜੀਵ ਨੂੰ ਮੈਂ ਜਗਤ ਵਿੱਚ ਭੇਜਿਆ ਸੀ, ਸੱਚ ਦਾ ਵਪਾਰੀ ਬਣਾ ਕੇ, ਉਹ ਜਦੋਂ ਮੇਰੇ ਕੋਲ ਆਏਗਾ ਤੇ ਮੈਂ ਦੇਖਣਾ ਉਹਦੇ ਪੱਲੇ ਕੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਬਖਸ਼ਿਸ਼ ਕਰ ਰਹੇ ਨੇ, ਅੱਗੇ ਸਾਹੂ ਸੁਜਾਨ ਹੈ ਲੈਸੀ ਵਸਤ ਸੰਭਾਲ। ਅੱਗੇ ਤੋਂ ਭਾਵ ਉਹ ਪ੍ਰਮਾਤਮਾ ਰੂਪ ਸ਼ਾਹੂਕਾਰ ਜਿਨ੍ਹਾਂ ਸਾਨੂੰ ਸਾਰਿਆਂ ਨੂੰ ਜਨਮ ਦੇ ਕੇ, ਜੀਵਨ ਦੇ ਕੇ, ਜਗਤ ਦੀ ਫੇਰੀ ਵਾਸਤੇ ਭੇਜਿਆ ਹੈ। ਜਦੋਂ ਆਪਾਂ ਸੱਚ ਦਾ ਲਾਹਾ ਲੈ ਕੇ, ਸ਼ੁਭ ਕਰਮਾਂ ਦਾ ਖਜ਼ਾਨਾ ਲੈ ਕੇ ਉਹਦੇ ਵਾਪਸ ਪਹੁੰਚਾਂਗੇ, ਤੇ ਉਹ ਪਰਖ ਕੇ ਸਾਡੇ ਜੀਵਨ ਦੇ ਖਜ਼ਾਨੇ ਨੂੰ ਆਪਣੇ ਕੋਲ ਸੰਭਾਲ ਕੇ ਰੱਖੇਗਾ। ਅੱਗੇ ਸਾਹੂ ਸੁਜਾਨ ਹੈ ਲੈਸੀ ਵਸਤ ਸੰਭਾਲ। ਤੇ ਅੱਗੇ ਇੱਕ ਪ੍ਰਸ਼ਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ,
जे आपां बेनती करके पुछिए गरीब नवाज सतगुरु जीओ, आप जी नाम दा वणज सच दा वणज करन दा सानू उपदेश दिंदे हो, ते साहब जी किरपा करके दसो वो वणज किवें कीता जांदा है। एक बारी फिर पंक्तियां दुहरा दें क्योंकि संगतां अजे आ रही ने। महाराज जी कहते वणज करो वणजार हो वखर लिहो संभाल, तैसी वस्त वसाही है जैसी निभै नाल, अग्गै साहो सुजान है लैसी वस्त संभाल। ते बहुत वड्डे प्रश्न का उत्तर दिता अगली पंक्ति विच महाराज जी ने। बहुत ही दुनिया ते होया गुरमुखो जिन्हां ने नाम जपना जरूरी समझिया ही नहीं, सगों जपण वालियां नूं भी मजाक करते हैं, कई कहते वेले ने। तो नाम जपना उन्हां दी जिंदगी का लाजमी सब्जैक्ट नहीं है, गैर लाजमी है। जे नाम ही जपिया तां भी काम चल जाना। पर जिहड़े जपदे ने, जिहड़े इस मार्ग दे पांधी ने, उन्हां दे जीवन विच अक्सर ये सवाल खड़ा हुंदा है कि नाम किवें जपीए, बंदगी किवें करिए। नाम जपण वालियां गुरमुखां ने, रब दे प्यारियां ने, सतगुरु दे दरों घरों वरोसाया होया ने, आपो अपने ढंग आपो अपने तरीके दे नाल बहुत सारियां जुगतां भी संसार दे सामने रखियां। पर जे आपां गुरु पातशाह जी नूं पुछीए, महाराज सच्चे पातशाह जी ने सानू जुगत दस दिती। साहब जी कहंदे भाई रे राम कहो चित लाए, ये सब तो वड्डी जुगत है। परमात्मा का नाम जपना है, परमात्मा का नाम कहना है। पर ख्याल करी, नाम कहंदे आ, नाम लैंदे आ, नाम जपदे आ कि तेरा चित्त इधर उधर ना होवे। तेरे चित्त दी, तेरे ध्यान की शमूलीयत विच जरूरी है। जे तू चित्त करके नाम जपेगा, जिवें भाई साहब जी ने हुणे आप जी नूं शब्द सरवण कराया, पंचम गुरदेव गुरु अर्जन देव महाराज सच्चे पातशाह जी बचन कर रहे सन। क्योंकि गुरमुखो साडा सतगुरु जागदा है, साडा सतगुरु जिउंदा है। जिहड़ा मर जांदा वो कदे बोलदा नहीं, ते साडा सतगुरु ते हर रोज साडे नाल बोलदा। यही उहदे जिउंदे होण दी निशानी है। ते जिहड़ियां संगतां इत्थे महाराज दे चरनां विच आईयां ने ना, गुरमुखो ये भावना लैके कि गुरु बोलेगा ते असीं सुणांगे। उन्हां दे कन्नां विच जदों ये शब्द पिया होना है, हर गुण गाओ मना सतगुर सेव प्यार। ते प्यार उहदे नाल ही कीता जा सकदा है जिहदे नाल साडा चित्त जुड़िया होएगा। जिहदे नाल साडा चित्त नहीं ना जुड़िया गुरमुखो, ਉਹਦੇ ਨਾਲ ਵਪਾਰ ਕੀਤਾ ਜਾ ਸਕਦਾ, ਪਿਆਰ ਨਹੀਂ ਕੀਤਾ ਜਾ ਸਕਦਾ। ਪਿਆਰ ਦਾ ਸੰਬੰਧ ਚਿੱਤ ਨਾਲ ਹੈ, ਪਿਆਰ ਦਾ ਰਿਲੇਸ਼ਨ ਸਾਡੇ ਹਿਰਦੇ ਨਾਲ ਹੈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵਖਰ ਲੈ ਚੱਲੋ ਸੋ ਦੇਖੈ ਪਤੀ ਆਏ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਮਝ ਆ ਗਈ ਨਾ ਗੁਰਮਖੋ, ਨਾਮ ਜਪਣ ਦਾ ਸਭ ਤੋਂ ਵਧੀਆ ਢੰਗ ਹੈ ਆਪਣੀ ਰਸਨਾ ਤੋਂ ਵਾਹਿਗੁਰੂ ਕਹਿਣਾ ਤੇ ਨਾਲ ਚਿੱਤ ਨੂੰ ਜੋੜ ਦੇਣਾ, ਮਨ ਨੂੰ ਲਿਵਲੀਨ ਕਰ ਦੇਣਾ, ਧਿਆਨ ਨੂੰ ਨਾਲ ਮਿਲਾ ਕੇ ਵਾਹਿਗੁਰੂ ਦਾ ਨਾਮ ਜਪਣਾ। ਤੇ ਇਸ ਤਰ੍ਹਾਂ ਦੇ ਨਾਲ ਜਦੋਂ ਆਪਾਂ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਾਂਗੇ, ਹਰੀ ਦਾ ਜਸ ਕਰਾਂਗੇ, ਤੇ ਇੱਕ ਦਿਨ ਸਾਡਾ ਅੰਦਰ ਜਿਹੜਾ ਨਾ ਉਹ ਭਰ ਜਾਏਗਾ। ਅਸਲ ਵਿੱਚ ਮਨੁੱਖ ਦੇ ਜੀਵਨ ਦਾ ਜਿਹੜਾ ਖਾਲੀ ਭਾਂਡਾ ਖੜਕਦਾ ਫਿਰਦਾ ਨਾ ਗੁਰਮਖੋ, ਜਿਸ ਭਾਂਡੇ ਦੇ ਵਿੱਚੋਂ ਹਾਏ ਹਾਏ ਤੋਂ ਬਿਨਾ, ਚੀਕਾਂ ਤੇ ਦੁੱਖਾਂ ਦੀਆਂ ਆਵਾਜ਼ਾਂ ਤੋਂ ਬਿਨਾ ਕੁਝ ਨਾਦ ਨਹੀਂ ਸੁਣਦਾ, ਜੇ ਉਸ ਭਾਂਡੇ ਵਿੱਚ ਆਪਾਂ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਪਦਾਰਥ ਪਾਵਾਂਗੇ ਤੇ ਇਸ ਭਾਂਡੇ ਦੇ ਵਿੱਚੋਂ ਫਿਰ ਆਨੰਦਮਈ ਤੇ ਵਿਸਮਾਦਮਈ ਸੰਗੀਤ ਦੀ ਗੁੰਜਾਰ ਪਵੇਗੀ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੇ ਅੰਦਰ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।
ਉਹਨਾਂ ਦੇ ਜੀਵਨ ਵਿੱਚ ਫਿਰ ਆਨੰਦ ਦਾ ਵਾਜਾ ਵੱਜਦਾ ਹੈ। ਵਾਜੇ ਅਨਹਦ ਤੂਰੇ, ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਦੇ, ਆਪਣੇ ਮਨ ਦੇ ਬੈਂਕ ਦੇ ਵਿੱਚ, ਆਪਣੀ ਰੂਹ ਦੇ ਖਜ਼ਾਨੇ ਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਧਨ ਇਕੱਠਾ ਕੀਤਾ ਹੈ। ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਜਸ ਵਖਰ ਲੈ ਚੱਲੋ। ਦੇਖੋ ਕਿੰਨਾ ਪਿਆਰਾ ਬਚਨ ਹੈ। ਜਿਹੜਾ ਜਾਣ ਵਾਲਾ ਹੁੰਦਾ ਨਾ, ਉਹਨੂੰ ਆਪਾਂ ਕਹਿੰਦੇ ਆ ਭਾਈ ਤੂੰ ਜਾਣਾ ਤੇ ਆਹ ਚੀਜ਼ ਲੈ ਜਾਈ। ਆਪਾਂ ਸਾਰੇ ਜਾਣ ਵਾਲੇ ਆ, ਗੁਰਮੁਖੋਂ ਰਹਿਣ ਵਾਲਾ ਇੱਥੇ ਕੋਈ ਨਹੀਂ। ਜਿਸ ਤਰ੍ਹਾਂ ਅੱਜ ਆਪਾਂ ਬੀਬੀ ਜਸਵੀਰ ਕੌਰ ਜੀ ਦੀ ਯਾਦ 'ਚ ਜੁੜੇ ਆ ਨਾ, ਤੇ ਆਪਾਂ ਕਹਿੰਦੇ ਆ ਉਹ ਚਲੇ ਗਏ ਨੇ, ਇੱਕ ਦਿਨ ਆਪਾਂ ਵੀ ਜਾਣਾ ਹੈ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਭੀ ਫੁੰਨ ਜਾਹੇ। ਕੁਝ ਤੁਰ ਗਏ ਨੇ, ਕੁਝ ਤੇਰੀਆਂ ਅੱਖਾਂ ਦੇ ਸਾਹਮਣੇ ਜਾ ਰਹੇ ਨੇ, ਤੇ ਇੱਕ ਦਿਨ ਤੂੰ ਵੀ ਚਲੇ ਜਾਣਾ ਹੈ। ਇਸ ਕਰਕੇ ਗੁਰੂ ਦੇ ਪਿਆਰਿਆ, ਜਾਣ ਤੋਂ ਪਹਿਲਾਂ ਪਹਿਲਾਂ ਉਹ ਹਰੀ ਜਸ, ਉਹ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਆਪਣੇ ਅੰਦਰ ਇਕੱਠਾ ਕਰ ਲੈ, ਤਾਂ ਕਿ ਉਹ ਸੋ, ਉਹ ਪਰਮ ਪਿਤਾ ਪ੍ਰਮਾਤਮਾ ਜਿਨੇ ਤੈਨੂੰ ਸੰਸਾਰ ਤੇ ਭੇਜਿਆ ਹੈ, ਜਦੋਂ ਤੂੰ ਉਹਦੇ ਚਰਨਾਂ ਵਿੱਚ ਵਾਪਸ ਪਹੁੰਚੇਗਾ ਤੇ ਉਹ ਤੈਨੂੰ ਦੇਖ ਕੇ ਖੁਸ਼ ਹੋਏਗਾ, ਪ੍ਰਸੰਨ ਹੋਏਗਾ। ਕੀ ਆਪਾਂ ਚਾਹੁੰਦੇ ਹਾਂ ਕਿ ਸਾਡੇ ਤੇ ਪਰਮੇਸ਼ਰ ਦੀ ਖੁਸ਼ੀ ਹੋਵੇ? ਸਾਡਾ ਤੇ ਸਮੁੱਚਾ ਹੀ ਜੀਵਨ ਇਸ ਬਿੰਦੂ ਦੇ ਉੱਤੇ ਕੇਂਦਰਿਤ ਹੋ ਚੁੱਕਾ ਹੈ ਕਿ ਦੁਨੀਆ ਕਿਵੇਂ ਖੁਸ਼ ਹੋਵੇ, ਮੇਰਾ ਮਨ ਕਿਵੇਂ ਖੁਸ਼ ਹੋਵੇ। ਇਸ ਦੁਨੀਆ ਨੂੰ, ਇਸ ਮਨ ਨੂੰ ਖੁਸ਼ ਕਰਨ ਵਾਸਤੇ ਆਪਾਂ ਕੀ ਕੁਝ ਨਹੀਂ ਦਾਅ ਤੇ ਲਾਇਆ। ਆਪਣੀ ਜ਼ਿੰਦਗੀ ਦੇ ਅਸੂਲ ਸਿੱਕੇ ਟੰਗ ਦਿੱਤੇ, ਆਪਣੇ ਮਨੁੱਖੀ ਸੁਭਾਅ ਨੂੰ ਸਿੱਕੇ ਤੇ ਟੰਗ ਦਿੱਤਾ। ਮਨੁੱਖ ਨੇ ਆਪਣਾ ਮਨੁੱਖਤਾ ਵਾਲਾ ਤੱਤ ਆਪਣੇ ਜੀਵਨ ਵਿੱਚੋਂ ਗਵਾ ਦਿੱਤਾ। ਕਾਹਦੇ ਵਾਸਤੇ? ਮੈਂ ਦੁਨੀਆ ਨੂੰ ਖੁਸ਼ ਕਰਾਂ, ਮੈਂ ਆਪਣੇ ਮਨ ਨੂੰ ਖੁਸ਼ ਕਰ ਲਵਾਂ। ਕੌਣ ਹੈ ਜਿਹਦੇ ਅੰਦਰ ਇਹ ਪ੍ਰਸ਼ਨ ਹੈ ਕਿ ਜਦੋਂ ਮੈਂ ਆਪਣੇ ਮਾਲਕ ਦੇ ਸਾਹਮਣੇ ਜਾਣਾ, ਮੈਂ ਉਹਦੀ ਅੱਖ 'ਚ ਅੱਖ ਪਾ ਕੇ ਕਿਵੇਂ ਦੇਖਾਂਗਾ? ਮੈਂ ਉਹਦੇ ਸਾਹਮਣੇ ਆਪਣਾ ਮੱਥਾ ਕਿਵੇਂ ਲੈ ਕੇ ਜਾਵਾਂਗਾ? ਕਿਹੜਾ ਮੂੰਹ ਲੈ ਕੇ ਉਹਦੀ ਹਜ਼ੂਰੀ ਵਿੱਚ ਪੇਸ਼ ਹੋਵਾਂਗਾ? ਤਾਂ ਹੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪਵਿੱਤਰ ਤੇ ਉਜਲੇ ਹੋਏ ਮੱਥੇ ਦੀ ਗੱਲ ਕਰਦਿਆਂ ਹੋਇਆਂ ਬਚਨ ਕੀਤੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਸਾਹਮਣੇ ਆ ਰਿਹਾ, ਜਿੱਥੇ ਉਹ ਆਪਣੇ ਹਿਰਦੇ ਦਾ ਡਰ, ਸਹਿਮ, ਤੌਖਲਾ ਪ੍ਰਗਟ ਕਰਦੇ ਨੇ। ਉਹ ਕਹਿੰਦੇ ਨੇ, ਥਰ ਹਰ ਕੰਪੈ ਬਾਲਾ ਜੀਓ। ਕਹਿੰਦੇ ਮੇਰੀ ਨਿਮਾਣੀ ਜੀ ਜਿੰਦ ਥਰ ਥਰ ਕਰਕੇ ਕੰਬਦੀ ਹੈ, ਡਰਦੀ ਹੈ, ਸਹਿਮ ਵਿੱਚ ਹੈ। ਇੱਕ ਪਾਸੇ ਆਪਾਂ ਕਹਿੰਦੇ ਆ ਕਿ ਭਗਤਾਂ ਨੂੰ ਡਰ ਨਹੀਂ ਹੁੰਦਾ ਕਿਸੇ ਚੀਜ਼ ਦਾ, ਉਹ ਤੇ ਸਦਾ ਬੇਪਰਵਾਹ ਰਹਿੰਦੇ ਨੇ, ਨਿਰਭਉ ਪਦਵੀ ਦੇ ਮਾਲਕ ਬਣ ਜਾਂਦੇ ਨੇ। ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਇਸ ਅਵਸਥਾ ਦੇ ਮਾਲਕ ਬਣ ਜਾਂਦੇ ਨੇ। ਫਿਰ ਉਹਨਾਂ ਨੂੰ ਡਰ ਕਾਹਦਾ ਹੈ? ਧਿਆਨ ਦੇਣਾ, ਉਹਨਾਂ ਦੇ ਅੰਦਰ ਦੁਨੀਆ ਵਾਲਾ ਡਰ ਨਹੀਂ ਹੈ, ਉਹਨਾਂ ਦੇ ਅੰਦਰ ਰੱਬੀ ਡਰ ਹੈ, ਜਿਹਨੂੰ ਆਪਾਂ ਨਿਰਮਲ ਭਉ ਕਹਿੰਦੇ ਹਾਂ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਦੁਨਿਆਵੀ ਡਰ, ਮੌਤ ਦਾ ਡਰ ਉਹਨਾਂ ਦੇ ਜੀਵਨ ਵਿੱਚੋਂ ਉੱਠ ਗਿਆ, ਜੀਵਨ ਵਿੱਚੋਂ ਖਤਮ ਹੋ ਗਿਆ। ਪਰ ਉਹਦੀ ਥਾਂ ਤੇ ਹੁਣ ਨਿਰਮਲ ਡਰ, ਪਰਮਾਤਮਾ ਦਾ ਡਰ ਜੀਵਨ ਵਿੱਚ ਆ ਗਿਆ। ਭਗਤ ਜੀ ਕਹਿੰਦੇ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੂ ਕਿਆ ਕਰਸੀ ਪੀਓ। ਕਹਿੰਦੇ ਮੇਰੀ ਜਿੰਦ ਇਸ ਗੱਲੋਂ ਡਰਦੀ ਹੈ ਕਿ ਜਦੋਂ ਮੈਂ ਪ੍ਰਮਾਤਮਾ ਜੀ ਦੇ ਸਾਹਮਣੇ ਜਾਵਾਂਗਾ, ਕੀ ਮੁੱਖ ਲੈ ਕੇ ਜਾਵਾਂਗਾ, ਕਿਉਂਕਿ ਨਾ ਮੇਰੇ ਤੋਂ ਭਗਤੀ ਹੋਈ ਹੈ ਤੇ ਨਾ ਇਸ ਸੰਸਾਰ ਵਿੱਚ ਆ ਕੇ ਮੈਂ ਸ਼ੁਭ ਕਰਮ ਕਮਾਏ ਨੇ। ਧਿਆਨ ਦੇਣਾ, ਗੁਰਮੁਖੋਂ ਨਿਤਨੇਮ ਦੀ ਬਾਣੀ ਤੋਂ ਪੜ੍ਹਦੇ ਹੋਣਗੇ ਨਾ, ਕਿੰਨਾ ਕੁ ਰਿਸ਼ਤਾ ਬਚਿਆ ਸਾਡਾ ਸਿੱਖੀ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਾਡੀ ਗਵਾਹੀ ਭਰਦਿਆਂ ਹੋਇਆਂ ਜਿੱਥੇ ਸਾਨੂੰ ਮਾਰਗ ਸਮਝਾਉਂਦੇ ਨੇ,
ਉੱਥੇ ਨਾਲ ਜਿਹੜੇ ਜੀਵ ਆਪਣੀ ਜ਼ਿੰਦਗੀ ਦੇ ਅਸਲ ਮਾਰਗ ਤੋਂ ਥਿੜਕ ਚੁੱਕੇ ਨੇ ਉਹਨਾਂ ਵਾਸਤੇ ਰਸਤਾ ਵੀ ਕੱਢਦੇ ਨੇ। ਉਹ ਰਸਤਾ ਕੀ ਹੈ? ਆਪਾਂ ਬਚਨ ਪੜ੍ਹਦੇ ਨਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਹਰ ਰੋਜ਼ ਨਿਤਨੇਮ ਦੀ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ, ਭਈ ਪ੍ਰਾਪਤ ਮਾਨ ਉਪਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਪਰ ਸੱਜਣਾ ਕੋਈ ਗੱਲ ਨਹੀਂ, ਜੇ ਮਨੁੱਖਾ ਜਨਮ ਦੇ ਅਵਸਰ ਨੂੰ ਤੂੰ ਸਾਂਭਿਆ ਨਹੀਂ, ਗੋਬਿੰਦ ਦੀ ਭਗਤੀ ਨਹੀਂ ਤੇਰੇ ਤੋਂ ਹੋਈ, ਸ਼ੁਭ ਕਰਮ ਤੂੰ ਜੀਵਨ ਵਿੱਚ ਨਹੀਂ ਕਮਾ ਸਕਿਆ, ਤੇ ਜੇ ਹੁਣ ਤੇਰੇ ਮਨ ਵਿੱਚ ਪਛਤਾਵੇ ਦੀ ਅਵਸਥਾ ਬਣ ਗਈ ਹੈ, ਘੱਟੋ ਘੱਟ ਆਪਣੇ ਮਾਲਕ ਦੇ ਸਾਹਮਣੇ ਖੜਾ ਹੋ ਕੇ ਹੱਥ ਜੋੜ ਕੇ ਇਹ ਅਰਦਾਸ ਤੇ ਕਰ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਇਸ ਗੱਲ ਨੂੰ ਤੇ ਸਵੀਕਾਰ ਕਰਕੇ ਮੈਂ ਬੜਾ ਨੀਚ ਹਾਂ, ਨੀਵੀਂ ਸੋਚ ਦਾ ਮਾਲਕ ਹਾਂ। ਮੇਰੇ ਮਾਲਕਾ ਤੇਰੀ ਬੰਦਗੀ ਨਹੀਂ ਮੇਰੇ ਤੋਂ ਹੋ ਸਕੀ, ਤੇਰਾ ਨਾਮ ਨਹੀਂ ਮੇਰੇ ਤੋਂ ਜਪ ਹੋਇਆ, ਤੇਰੀ ਭਗਤੀ ਨਹੀਂ ਕਰ ਹੋਈ ਮੇਰੇ ਤੋਂ, ਸ਼ੁਭ ਕਰਮ ਨਹੀਂ ਮੈਂ ਆਪਣੇ ਜੀਵਨ ਵਿੱਚ ਇਕੱਤਰ ਕਰ ਸਕਿਆ। ਇਸ ਕਰਕੇ ਮੇਰੇ ਮਾਲਕਾ ਮੈਂ ਅੱਜ ਆਪਣੀ ਰੂਹ ਤੋਂ ਸਵੀਕਾਰ ਕਰਦਾ ਹਾਂ ਕਿ ਮੇਰੇ ਕਰਮ ਬੜੇ ਨੀਚ ਨੇ। ਧਿਆਨ ਦੇਣਾ, ਇਹ ਰਸਤਾ ਹੈ, ਅਰਦਾਸ ਦਾ ਮਾਰਗ ਹੈ, ਜਿੱਥੇ ਜਾ ਕੇ ਵੱਡੇ ਵੱਡੇ ਪਾਪੀਆਂ ਦੇ ਪਾਪ ਵੀ ਦਗਧ ਹੋ ਗਏ ਜਦੋਂ ਉਹਨਾਂ ਨੂੰ ਅਰਦਾਸ ਕਰਨ ਦਾ ਬਲ ਆ ਗਿਆ। ਸੋ ਸਮਾਂ ਸੀਮਤ ਹੈ, ਆਓ ਵਿਚਾਰ ਨੂੰ ਸੰਕੋਚੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਜਸ ਵਖਰ ਲੈ ਚੱਲੋ, ਚੱਲਣ ਵਾਲਿਓ ਜਾਣ ਵਾਲਿਓ, ਤੁਹਾਨੂੰ ਮੈਂ ਇੱਕ ਪ੍ਰੇਰਣਾ ਦਿੰਦਾ ਹਾਂ ਕਿ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਪੱਲੇ ਦੇ ਨਾਲ ਸ਼ੁਭ ਕਰਮਾਂ ਦਾ ਖਜ਼ਾਨਾ ਬੰਨ੍ਹ ਲਓ ਤੇ ਰੱਬੀ ਇਬਾਦਤ ਦਾ ਖਜ਼ਾਨਾ ਬੰਨ੍ਹ ਲਓ। 100 ਦੇਖੈ ਪਤੀ ਆਏ, ਉਹ 100 ਉਹ ਮਾਲਕ ਤੁਹਾਨੂੰ ਦੇਖ ਕੇ ਫਿਰ ਖੁਸ਼ ਹੋ ਜਾਏਗਾ। ਰਹਾਓ। ਤੇ ਅੱਗੇ ਗੁਰੂ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤੇ ਨੇ। ਮਹਾਰਾਜ ਜੀ ਕਹਿੰਦੇ, ਜਿੰਨਾ ਰਾਸ ਨਾ ਸੱਚ ਹੈ। ਧਿਆਨ ਦੇਣਾ, ਰਾਸ ਕਹਿੰਦੇ ਆ ਪੂੰਜੀ ਨੂੰ। ਬੈਂਕ ਬੈਲੈਂਸ ਆਪਾਂ ਕਹਿ ਲਈਏ ਵੀ ਫਲਾਣੇ ਬੰਦੇ ਦਾ ਇੰਨਾ ਬੈਂਕ ਬੈਲੈਂਸ ਹੈ, ਉਹਦੇ ਕੋਲ ਇੰਨੀ ਮਾਇਆ, ਇੰਨੀ ਰਾਸ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿੰਨਾ ਰਾਸ ਨਾ ਸੱਚ ਹੈ, ਜਿਨ੍ਹਾਂ ਦੇ ਕੋਲ ਸੱਚ ਦੀ ਪੂੰਜੀ ਹੈ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ ਨਹੀਂ। ਤੇ ਮਹਾਰਾਜ ਜੀ ਨੇ ਅੱਗੇ ਕੁਐਸਚਨ ਮਾਰਕ ਲਾ ਦਿੱਤਾ। ਸਾਹਿਬ ਜੀ ਕਹਿੰਦੇ, ਕਿਉਂ ਤਿੰਨਾ ਸੁਖ ਹੋਏ? ਜਿਸ ਹਿਰਦੇ ਵਿੱਚ ਸੱਚ ਦਾ ਨਿਵਾਸ ਹੈ ਨਹੀਂ, ਤੇ ਉਹ ਬੰਦਾ ਫਿਰ ਪ੍ਰਸ਼ਨ ਕਰੇ ਕਿ ਮੈਂ ਸੁਖੀ ਕਿਉਂ ਨਹੀਂ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁਖ ਕਿਵੇਂ ਮਿਲੇਗਾ ਜਦੋਂ ਜੀਵਨ ਵਿੱਚ ਸੱਚ ਦੀ ਮੌਜੂਦਗੀ ਨਹੀਂ ਹੈ, ਜਦੋਂ ਜੀਵਨ ਵਿੱਚ ਪ੍ਰਮਾਤਮਾ ਦੀ ਯਾਦ ਨਹੀਂ ਹੈ। ਭਾਵੇਂ ਸਾਰੀ ਜ਼ਿੰਦਗੀ ਦਾ ਤਾਣ ਲਾ ਕੇ ਤੂੰ ਸੁੱਖ ਦੇ ਸਾਧਨ ਜੁਟਾ ਲਵੇਂ, ਪਰ ਸੱਜਣਾ ਸੱਚ ਤੋਂ ਬਿਨਾਂ ਤੂੰ ਸੁਖੀ ਨਹੀਂ ਹੋਏਗਾ। ਸੁੱਖ ਦੇ ਸਾਧਨ ਇਕੱਠੇ ਕੀਤੇ ਬੜੇ ਦੁਨੀਆ ਨੇ, ਪਰ ਕੋਈ ਦੁਨੀਆ ਦਾ ਬੰਦਾ ਛਾਤੀ ਠੋਕ ਕੇ ਇਹ ਕਹਿੰਦਾ ਹੋਇਆ ਨਹੀਂ ਸੁਣੀਦਾ ਕਿ ਮੇਰੇ ਵਰਗਾ ਸੁਖੀ ਕੋਈ ਨਹੀਂ। ਧਿਆਨ ਦੇਣਾ ਗੁਰਮਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਹਿਬ ਜੀ ਕਹਿੰਦੇ ਆਪਣੇ ਜੀਵਨ ਦੇ ਅੰਦਰ ਸੱਚ ਦੀ ਪੂੰਜੀ ਇਕੱਠੀ ਕਰ। ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ, ਖੋਟਾ ਵਣਜ ਵਣੰਜਿਆ ਮਨ ਤਨ ਖੋਟਾ ਹੋਏ। ਤਨ ਵੀ ਖੋਟਾ ਹੋ ਗਿਆ, ਮਨ ਵੀ ਖੋਟਾ ਹੋ ਗਿਆ, ਕਿਉਂਕਿ ਵਣਜ ਇਸ ਤਰ੍ਹਾਂ ਦਾ ਕੀਤਾ, ਵਪਾਰ ਇਦਾਂ ਦਾ ਕੀਤਾ, ਵਿਹਾਰ ਇਦਾਂ ਦਾ ਕੀਤਾ। ਧਿਆਨ ਦੇਣਾ ਗੁਰਮਖੋ, ਰੁੱਖ ਦੀ ਉਚਾਈ ਦੇਖ ਕੇ ਰੁੱਖ ਦੀ ਮਹੱਤਤਾ ਨਹੀਂ ਹੁੰਦੀ। ਰੁੱਖ ਭਾਵੇਂ ਛੋਟਾ ਵੀ ਹੋਵੇ, ਪਰ ਦੁਨੀਆ ਦੇਖਦੀ ਇਹਨੂੰ ਫਲ ਕਿੰਨਾ ਕੁ ਵਧੀਆ ਲੱਗਿਆ ਹੋਇਆ, ਇਹਦੇ ਫਲ ਵਿੱਚ ਕਿੰਨੀ ਕੁ ਮਿਠਾਸ ਹੈ, ਇਹਦੇ ਫਲ ਵਿੱਚ ਕਿੰਨੀ ਕੁ ਗੁਣਵੱਤਾ ਹੈ।
ਮਨੁੱਖ ਮਾਇਆ ਕਰਕੇ ਵੱਡਾ ਹੋ ਜਾਏ, ਗੁਰੂ ਨਾਨਕ ਦੇ ਘਰ ਵਿੱਚ ਕੋਈ ਵਡਿਆਈ ਨਹੀਂ। ਮਨੁੱਖ ਸੋਭਾ ਕਰਕੇ ਵੱਡਾ ਹੋ ਜਾਏ, ਗੁਰੂ ਨਾਨਕ ਦੇ ਘਰ ਵਿੱਚ ਕੋਈ ਵਡਿਆਈ ਨਹੀਂ। ਗੁਰੂ ਨਾਨਕ ਦੇ ਘਰ ਦੇ ਵਿੱਚ ਤੇ ਵਡਿਆਈ ਉਹਨਾਂ ਨੂੰ ਮਿਲੀ ਜਿਨ੍ਹਾਂ ਦੇ ਜੀਵਨ ਰੂਪੀ ਬ੍ਰਿਸ਼ ਨੂੰ ਨਾਮ ਦਾ ਫਲ ਲੱਗ ਗਿਆ, ਵਾਹਿਗੁਰੂ ਦੀ ਬੰਦਗੀ ਦਾ ਬੂਰ ਪੈ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਖੋਟੇ ਵਣਜ ਵਣਜਿਆ ਮਨ ਤਨ ਖੋਟਾ ਹੋਏ, ਫਾਹੀ ਫਾਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ। ਨਿਤ ਹੀ ਰੋਣਾ ਉਹਨਾਂ ਦੇ ਜੀਵਨ ਵਿੱਚ ਬਣਿਆ ਰਹਿੰਦਾ ਹੈ। ਜਿਵੇਂ ਸ਼ਿਕਾਰੀ ਦੇ ਜਾਲ ਵਿੱਚ ਫਸਿਆ ਹੋਇਆ ਮਿਰਗ ਤੜਫਦਾ ਹੈ, ਆਜ਼ਾਦੀ ਦਾ ਯਤਨ ਕਰਦਾ ਹੈ, ਪਰ ਉਹ ਆਜ਼ਾਦ ਨਹੀਂ ਹੋ ਪਾਉਂਦਾ। ਇਸ ਤਰ੍ਹਾਂ ਹੀ ਜਿਹੜਾ ਲੋਭ ਦੇ ਜਾਲ ਵਿੱਚ ਫਸਿਆ ਹੋਇਆ ਮਨੁੱਖ ਹੈ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨਾ ਕਾਈ ਪਾਏ। ਜਿਹੜਾ ਮਾਇਆ ਦੇ ਜਾਲ ਵਿੱਚ ਫਸ ਗਿਆ, ਮਾਇਆ ਦੀ ਵਰਤੋਂ ਮਾੜੀ ਨਹੀਂ ਹੈ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਮਾਇਆ ਵਰਤੀ ਤੇ ਸਾਨੂੰ ਮਾਇਆ ਦੀ ਵਰਤੋਂ ਕਰਨੀ ਸਿਖਾਈ ਹੈ। ਪਰ ਹੋ ਕੀ ਰਿਹਾ ਹੈ? ਧਿਆਨ ਦੇਣਾ ਗੁਰਮੁਖੋ, ਜੇ ਆਪਾਂ ਦੁਨੀਆ ਵੱਲ ਧਿਆਨ ਮਾਰੀਏ ਤੇ 90% ਦੇ ਕਰੀਬ ਮਾਇਆ ਦੀ ਦੁਰਵਰਤੋਂ ਹੋ ਰਹੀ ਹੈ। ਵਰਤੋਂ ਤੇ ਕੋਈ 5-10% ਹੈ। ਆ ਸਮੁੱਚਾ ਬ੍ਰਹਿਮੰਡ, ਸਮੁੱਚੀ ਧਰਤੀ ਜਿਹੜੀ ਬਾਰੂਦ ਦੇ ਢੇਰੇ ਦੇ ਉੱਤੇ ਬੈਠੀ ਹੈ, ਅੱਗ ਦੇ ਢੇਰ ਦੇ ਉੱਤੇ ਬੈਠੀ ਹੈ, ਇਹ ਮਾਇਆ ਦੀ ਦੁਰਵਰਤੋਂ ਨਹੀਂ ਤੇ ਹੋਰ ਕੀ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਸਤਾ ਦਿਖਾਇਆ ਸੀ, ਸਾਚ ਕਹੂੰ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਹਰ ਮਨੁੱਖ ਦੇ ਜੀਵਨ ਵਿੱਚ ਪ੍ਰੇਮ ਆ ਜਾਏ, ਮਿਲ ਵਰਤਨ ਦੀ ਭਾਵਨਾ ਆ ਜਾਏ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਇਹ ਰਿਸ਼ਤਾ ਇੱਕ ਦੂਜੇ ਨਾਲ ਜੁੜ ਜਾਏ ਤੇ ਫਿਰ ਐਟਮ ਬੰਬ ਬਣਾਉਣ ਦੀ ਲੋੜ ਨਾ ਪਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜਾ ਮਨੁੱਖ ਹੈ ਨਾ, ਉਹ ਮਾਇਆ ਵਰਤਦਾ, ਮਾਇਆ ਬਣਾਈ ਵਰਤੋਂ ਕਰਨ ਵਾਸਤੇ ਸੀ, ਪਰ ਹੋਇਆ ਕੀ ਹੈ? ਇਹ ਤੇ ਜਾਲ ਵਿੱਚ ਫਸ ਗਿਆ, ਮਾਇਆ ਦਾ ਗੁਲਾਮ ਹੋ ਗਿਆ, ਮਾਇਆ ਦੇ ਬੰਧਨ 'ਚ ਪੈ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਬੰਧਨ ਕੱਟਦੇ ਆ ਗੁਰੂ। ਧਿਆਨ ਦੇਣਾ, ਇੱਕ ਪ੍ਰਾਤਨ ਕਥਾ ਵਿਦਵਾਨ ਸੁਣਾਉਂਦੇ ਹੁੰਦੇ ਸੀ, 2 ਮਿੰਟ ਦੀ ਮੈਂ ਸੁਣਾ ਕੇ ਸਮਾਪਤੀ ਵਾਲੇ ਪਾਸੇ ਜਾਈਏ। ਮਿਸਰ ਦੇਸ਼ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਦੀ ਸਨ ਜਿਨ੍ਹਾਂ ਨੂੰ ਮੌਤ ਤੱਕ ਦੀ ਸਜ਼ਾ ਮਿਲ ਚੁੱਕੀ ਸੀ, ਕਿ ਉਹਨਾਂ ਦੀ ਮੌਤ ਵੀ ਕੈਦ ਦੇ ਵਿੱਚ ਹੀ ਹੋਣੀ ਹੈ। ਪਰ ਹੋਇਆ ਕੀ? 50-50, 60-60 ਸਾਲ ਕਈਆਂ ਨੂੰ ਜੇਲ੍ਹ ਖਾਨੇ ਵਿੱਚ ਕੈਦ ਕੱਟਦਿਆਂ ਨੂੰ ਬਤੀਤ ਹੋ ਗਏ। ਤੇ ਇੱਕ ਦਿਨ ਉਸ ਦੇਸ਼ ਦੇ ਰਾਜੇ ਦੇ ਮਨ ਵਿੱਚ ਦਇਆ ਆਈ। ਜਿਹੜੇ ਬੜੇ ਭਿਅੰਕਰ ਕੈਦੀ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਹੱਥਕੜੀਆਂ ਪਈਆਂ ਹੋਈਆਂ ਸਨ, ਜਿਨ੍ਹਾਂ ਦੇ ਪੈਰਾਂ ਵਿੱਚ ਬੇੜੀਆਂ ਪਈਆਂ ਹੋਈਆਂ ਸਨ, ਉਸ ਰਾਜੇ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਦੀਆਂ ਹੱਥਕੜੀਆਂ ਤੇ ਬੇੜੀਆਂ ਖੋਲ ਕੇ ਇਹਨਾਂ ਨੂੰ ਆਜ਼ਾਦ ਕਰ ਦਿਓ। ਪਰ ਧਿਆਨ ਦੇਣਾ, ਜਦੋਂ ਉਹਨਾਂ ਦੀਆਂ ਹੱਥਕੜੀਆਂ ਤੇ ਬੇੜੀਆਂ ਉਤਾਰੀਆਂ ਨਾ, ਤੇ ਰਾਜੇ ਦੇ ਅਹਿਲਕਾਰਾਂ ਨੇ ਉਹਨਾਂ ਨੂੰ ਆਖਿਆ ਕਿ ਜਾਓ, ਅੱਜ ਤੋਂ ਬਾਅਦ ਤੁਸੀਂ ਆਜ਼ਾਦ ਹੋ। ਤੇ ਹੈਰਾਨੀ ਦੀ ਹੱਦ ਨਾ ਰਹੀ ਦੇਖਣ ਵਾਲਿਆਂ ਦੀ। ਉਹ ਜਿਹੜੇ ਦਹਾਕਿਆਂ ਦੇ ਕੈਦੀ ਸਨ, ਉਹ ਧਾਹਾਂ ਮਾਰ ਕੇ ਰੋਣ ਲੱਗ ਪਏ। ਜਦੋਂ ਹੱਥਕੜੀਆਂ ਖੋਲੀਆਂ, ਉਹ ਕਹਿੰਦੇ ਇਹ ਸਾਡੇ ਗਹਿਣੇ ਨੇ, ਇਹ ਨਾ ਸਾਡੀਆਂ ਬਾਹਾਂ ਤੋਂ ਦੂਰ ਕਰੋ। ਜਦੋਂ ਉਹਨਾਂ ਦੀਆਂ ਬੇੜੀਆਂ ਪੈਰਾਂ 'ਚੋਂ ਖੋਲੀਆਂ ਗਈਆਂ, ਉਹ ਰੋਣ ਲੱਗ ਪਏ, ਕਿਉਂਕਿ ਕੈਦੀ ਬਣ ਕੇ ਉਹਨਾਂ ਦਾ ਸੁਭਾਅ ਹੀ ਇਤਨੀ ਗੁਲਾਮੀ ਦਾ ਕਾਇਲ ਹੋ ਚੁੱਕਾ ਸੀ। ਉਹਨਾਂ ਨੂੰ ਹੱਥਕੜੀਆਂ ਤੇ ਬੇੜੀਆਂ ਨਾਲ ਹੀ ਪਿਆਰ ਹੋ ਗਿਆ ਸੀ। ਉਹਨਾਂ ਨੂੰ ਹੁਣ ਗੁਲਾਮੀ ਨਾਲ ਹੀ ਮੋਹ ਹੋ ਗਿਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਜਗਤ ਵਿੱਚ ਆ ਕੇ ਇਹੀ ਦੇਖਿਆ ਕਿ ਮਨੁੱਖ ਗੁਲਾਮ ਹੈ, ਤੇ ਪੈਰਾਂ ਵਿੱਚ, ਸੁਰਤ ਦੇ ਹੱਥਾਂ ਵਿੱਚ ਪਈਆਂ ਹੋਈਆਂ ਜਿਹੜੀਆਂ ਇਹਦੀ ਮਨ ਮਰਜ਼ੀ ਦੀਆਂ ਬੇੜੀਆਂ ਨੇ, ਇਹ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ। ਇਹਨੂੰ ਆਪਣੀ ਮਨ ਮਰਜ਼ੀ ਇੰਨੀ ਪਸੰਦ ਹੈ, ਇੰਨਾ ਪਿਆਰ ਕਰਦਾ ਆਪਣੀ ਮੱਤ ਨਾਲ, ਕਿ ਗੁਰੂ ਦੇ ਚਰਨਾਂ ਵਿੱਚ ਜਾ ਕੇ ਵੀ
ਗੁਰੂ ਦੀ ਮੱਤ ਲੈਣ ਦੀ ਬਜਾਏ ਗੁਰੂ ਨੂੰ ਵੀ ਮੱਤਾਂ ਦੇਣ ਤੇ ਉਤਾਰੂ ਹੋ ਜਾਂਦਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰੂ ਕੀ ਕਰਦੇ ਨੇ? ਸਤਿਗੁਰ ਸਿੱਖ ਕੇ ਬੰਧਨ ਕਾਟੇ। ਇਹੀ ਤੇ ਬੰਧਨ ਨੇ, ਆਪਣੀ ਮਨ ਮਰਜ਼ੀ ਨੂੰ ਕੱਟ ਦੇਣਾ, ਗੁਰੂ ਦੀ ਮੱਤ ਦੇ ਧਾਰਨੀ ਬਣਨਾ, ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਜੀਵਨ ਵਿੱਚ ਵਸਾਉਣਾ, ਆਪਣੇ ਜੀਵਨ ਵਿੱਚ ਲਾਗੂ ਕਰਨਾ। ਤੇ ਫਿਰ ਉਸ ਜੰਜਾਲ ਦੇ ਵਿੱਚੋਂ ਆਪਾਂ ਬਾਹਰ ਨਿਕਲਾਂਗੇ। ਸੁਤੰਤਰ ਜੀਵਨ, ਆਨੰਦਮਈ ਜੀਵਨ, ਜਿਹਨੂੰ ਪ੍ਰਾਪਤ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ। ਗੁਰੂ ਨੇ ਕੱਟ ਦਿੱਤੇ ਬੰਧਨ, ਕਿਲਵਿਖ ਕੱਟ ਦਿੱਤੇ, ਗਿਆਨ ਅੰਜਨ ਸਾਰਿਆ, ਅੰਦਰੋਂ ਦਿਨ ਕਾ ਮੋਹ ਟੁੱਟਾ। ਹੁਣ ਦੇਖੋ ਕਿੰਨਾ ਪਿਆਰਾ ਬਚਨ ਹੈ। ਬਾਹਰੋਂ ਸਾਰਿਆਂ ਨਾਲ ਪਿਆਰ ਕਰਦਾ ਹੈ, ਬੱਚਿਆਂ ਨੂੰ ਪਾਲਦਾ ਹੈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਂਦਾ ਹੈ, ਪਰ ਅੰਦਰੋਂ ਇਤਨਾ ਸਮਝਦਾਰ ਬਣ ਗਿਆ, ਸੱਚੇ ਗਿਆਨ ਦਾ ਧਾਰਨੀ ਬਣ ਗਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਅੰਦਰੋਂ ਦਿਨ ਕਾ ਮੋਹ ਟੁੱਟਾ। ਬਾਹਰੋਂ ਤੇ ਰਿਸ਼ਤੇ ਬਣਾਏ ਹੋਏ ਨੇ, ਪਰ ਅੰਦਰੋਂ ਸਮਝ ਗਿਆ ਵੀ ਇਹਨਾਂ ਨੇ ਨਾਲ ਕਿਸੇ ਨੇ ਨਹੀਂ ਜਾਣਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੰਦਰੋਂ ਦਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣੇ। ਇਹ ਅਵਸਥਾ ਹੁਣ ਬਣ ਗਈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਫਾਹੀ ਫਾਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ। ਜਿਹੜਾ ਬੰਦਾ ਆਪਣੇ ਮਨ ਦੀ ਗੁਲਾਮੀ ਵਿੱਚ ਪਿਆ ਹੋਇਆ ਹੈ, ਉਹਨੂੰ ਕਦੇ ਕਦੇ ਰੋਣਾ ਨਹੀਂ ਪੈਣਾ, ਉਹ ਤੇ ਨਿਤ ਰੋਏਗਾ। ਤੇ ਨਿਤ ਦੁਨੀਆ ਰੋ ਰਹੀ ਹੈ। ਇਹ ਸੰਸਾਰ ਦਾ ਨਿਤ ਰੋਣਾ ਇਸੇ ਗੱਲ ਦਾ ਪ੍ਰਤੀਕ ਹੈ ਕਿ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਤੋਂ ਬਾਗੀ ਹੋ ਕੇ ਆਪਣੇ ਮਨ ਦੇ ਹੁਕਮ ਦੇ ਵਿੱਚ ਚੱਲ ਰਹੇ ਹਾਂ। ਤੇ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਖੋਟੇ ਪੋਤੇ ਨਾ ਪਵੈ, ਤਿਨ ਹਰ ਗੁਰ ਦਰਸ ਨਾ ਹੋਏ। ਪੋਤੇ ਦਾ ਅਰਥ ਹੈ ਖਜ਼ਾਨਾ। ਜਿਵੇਂ ਖੋਟੇ ਰੁਪਈਏ ਨੂੰ, ਖੋਟੇ ਸਿੱਕੇ ਨੂੰ ਕੋਈ ਖਜ਼ਾਨੇ 'ਚ ਨਹੀਂ ਨਾ ਪਾਉਂਦਾ। ਦੁਕਾਨਦਾਰ ਵੀ ਕਹਿੰਦਾ ਇਹ ਖੋਟਾ ਪੈਸਾ, ਇਹ ਨਹੀਂ ਇੱਥੇ ਚੱਲਣਾ। ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਦੇ ਜੀਵਨ ਖੋਟੇ ਨੇ, ਉਹ ਪ੍ਰਮਾਤਮਾ ਦੇ ਖਜ਼ਾਨੇ ਵਿੱਚ ਪ੍ਰਵਾਨ ਨਹੀਂ ਹੋਣੇ। ਤੇ ਜਿਹੜੀ ਆ ਸਾਧ ਸੰਗਤ ਆਪਾਂ ਕਰਦੇ ਆ ਨਾ ਗੁਰਮਖੋ, ਇਹਦੇ ਪਿੱਛੇ ਮਨੋਰਥ ਇਹੀ ਹੋਣਾ ਚਾਹੀਦਾ, ਸੱਚੇ ਪਾਤਸ਼ਾਹ ਅਸੀਂ ਖੋਟਾ ਜੀਵਨ ਲੈ ਕੇ ਤੇਰੇ ਚਰਨਾਂ ਵਿੱਚ ਆਏ ਆ, ਸਾਨੂੰ ਖਰਾ ਬਣਾ ਦੇ। ਕਿਉਂਕਿ ਸਤਿਗੁਰੂ ਆਪ ਖਰਾ ਹੈ। ਤੇ ਜਿਹੜੇ ਖੋਟੇ ਜੀਵਨ ਵਾਲੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਨੂੰ ਵੀ ਖਰਾ ਜੀਵਨ ਬਖਸ਼ਿਸ਼ ਕਰ ਦਿੰਦਾ ਹੈ। ਜੀ ਹੋ ਨਿਰਮਲ ਬਾਹਰੋਂ ਨਿਰਮਲ ਵਾਲੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਖੋਟਾ ਪੋਤਾ ਨਾ ਪਵੈ, ਤਿਨ ਹਰ ਗੁਰ ਦਰਸ ਨਾ ਹੋਏ। ਖੋਟੇ ਜਾਤ ਨਾ ਪਤ ਹੈ, ਖੋਟ ਨਾ ਸਿੱਝਸ ਕੋਏ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਕਹਿੰਦੇ ਉਹਦੀ ਜਿਹੜੀ ਕੁਆਲਿਟੀ ਹੈ ਨਾ, ਬੰਦੇ ਦੇ ਜੀਵਨ ਦੀ ਕੁਆਲਿਟੀ, ਗੁਰੂ ਨਾਨਕ ਦੇ ਘਰ ਵਿੱਚ ਕਦੇ ਵੀ ਕੁਆਂਟੀਟੀ ਨੂੰ ਮਹੱਤਤਾ ਨਹੀਂ ਦਿੱਤੀ ਗਈ। ਇੱਥੇ ਕੁਆਲਿਟੀ ਪਰਖੀ ਗਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਇਹ ਢੰਗ ਨਹੀਂ ਵਰਤਾਇਆ ਕਿ ਮੈਂ ਲਾਲਚ ਦੇ ਕੇ ਜਾਂ ਹੋਰ ਕੋਈ ਦਿਖਾਵਾ ਕਰਕੇ ਦੁਨੀਆ ਨੂੰ ਆਪਣੇ ਪਿੱਛੇ ਲਾ ਲਵਾਂ। ਖਿਮਾ ਕਰ ਦਿਓ ਗੁਰਮਖੋ, ਅੱਜ ਚਿੰਤਾ ਦਾ ਵਿਸ਼ਾ ਹੈ ਕਲਗੀਧਰ ਬਖਸ਼ਿਸ਼ ਪਾਤਸ਼ਾਹ ਜੀ ਦੀ ਜੋ ਦਸਤਾਰ, ਕੇਸਾਂ ਦੀ ਮੋਹਰ ਜਿਨ੍ਹਾਂ ਚਿਹਰਿਆਂ ਦੇ ਉੱਤੇ ਸੋਭ ਰਹੀ ਹੈ, ਸਿਰਾਂ ਤੇ ਦਸਤਾਰਾਂ ਵੀ ਸਜੀਆਂ ਨੇ, ਉਹ ਵੀ ਚਬੱਚਿਆਂ 'ਚ ਧਾਰੀਆਂ ਲਾ ਲਾ ਕੇ ਧਰਮ ਪਰਿਵਰਤਨ ਵਾਲੇ ਪਾਸੇ ਤੁਰ ਰਹੇ ਨੇ। ਕਾਰਨ ਕੀ ਹੈ? ਇੱਥੇ ਤੇ ਜਦੋਂ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਆ ਨਾ ਗੁਰਮਖੋ, ਤੁਹਾਡੇ ਵਿੱਚੋਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਹੋਏਗੀ, ਘਰੋਂ ਸਾਰੀ ਤਿਆਰੀ ਕਰਕੇ, ਕੇਸੀ ਇਸ਼ਨਾਨ ਕਰਕੇ, ਨਵੇਂ ਵਸਤਰ ਪਾ ਕੇ ਜਦੋਂ ਸੰਗਤ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਦੇ ਬੇੜੇ ਵਿੱਚ ਬੈਠਣ ਵਾਸਤੇ, ਅੰਮ੍ਰਿਤ ਛਕਣ ਵਾਸਤੇ ਤਿਆਰ ਹੁੰਦੀ ਹੈ, ਤੇ ਇੱਥੇ ਫਿਰ ਗੁਰੂ ਕੇ ਪੰਜ ਪਿਆਰਿਆਂ ਦਾ ਮੁਖੀ
ਸੰਗਤ ਨੂੰ ਸੰਬੋਧਨ ਕਰਕੇ ਕਹਿੰਦਾ, ਸੱਜਣੋ ਇੱਥੇ ਕੋਈ ਦਿਖਾਵੇ ਵਾਸਤੇ ਤੇ ਨਹੀਂ ਆਇਆ, ਕੋਈ ਲਾਲਚ ਵਾਸਤੇ ਨਹੀਂ ਆਇਆ। ਜਿਹੜਾ ਇੱਥੇ ਦਿਖਾਵੇ ਕਰਕੇ ਜਾਂ ਲਾਲਚ ਦੇ ਵੱਸ ਆਇਆ, ਅਜੇ ਵੀ ਵੇਲਾ ਇੱਥੋਂ ਬਾਹਰ ਜਾ ਸਕਦਾ ਹੈ। ਸਿੱਖੀ ਤੇ ਮਿਲਦੀ ਹੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿੱਖੀ ਤੇ ਪ੍ਰੇਮ ਵਾਲਿਆਂ ਵਾਸਤੇ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਅੰਦਰੋਂ ਖੋਟ ਨੂੰ, ਮਲੰਮੇ ਨੂੰ ਦੂਰ ਕਰਨ ਵਾਸਤੇ ਇਸ ਤਰ੍ਹਾਂ ਦੇ ਬਚਨ ਬਖਸ਼ਿਸ਼ ਕੀਤੇ। ਮਹਾਰਾਜ ਜੀ ਕਹਿੰਦੇ, ਉਸ ਬੰਦੇ ਦੀ ਕੁਆਲਿਟੀ ਚੰਗੀ ਨਹੀਂ ਹੈ। ਇੱਥੇ ਜਨਮ ਕਰਕੇ ਕਿਸੇ ਦੀ ਜਾਤ ਨਹੀਂ ਮੰਨੀ, ਧਿਆਨ ਦੇਣਾ, ਪਰ ਕਰਮਾਂ ਕਰਕੇ ਜਾਤ ਜ਼ਰੂਰ ਮੰਨੀ ਹੈ। ਗੁਰੂ ਨਾਨਕ ਦੇ ਘਰ 'ਚ ਜਨਮ ਕਰਕੇ ਕਿਸੇ ਦੀ ਜਾਤ ਪ੍ਰਵਾਨ ਨਹੀਂ ਹੈ, ਪਰ ਜਿਨ੍ਹਾਂ ਦੇ ਕਰਮ ਬੁਰੇ ਨੇ ਉਹਨਾਂ ਦੀ ਜਾਤ ਬੁਰੀ ਹੈ। ਬਾਣੀ ਨੇ ਆਖਿਆ, ਖਸਮ ਵਿਸਾਰੈ ਤੇ ਕੰਮ ਜਾਤ। ਜਿਨ੍ਹਾਂ ਨੇ ਆਪਣੇ ਮਾਲਕ ਨੂੰ ਭੁਲਾ ਦਿੱਤਾ, ਕੰਮ ਜਾਤ ਤੋਂ ਭਾਵ ਉਹ ਨੀਵੀਂ ਜਾਤ ਦੇ ਮਾਲਕ ਨੇ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਉਹ ਬੰਦਾ ਧਰਤੀ ਤੇ ਆਇਆ ਜ਼ਰੂਰ, ਪਰ ਜਾਣ ਤੋਂ ਪਹਿਲਾਂ ਆਪਣੀ ਇੱਜ਼ਤ ਗਵਾ ਕੇ ਚਲਾ ਗਿਆ। ਨਾ ਸੰਸਾਰ ਦੇ ਵਿੱਚ ਇੱਜ਼ਤ ਮਿਲੀ ਤੇ ਨਾ ਨਿਰੰਕਾਰ ਦੇ ਘਰ ਵਿੱਚ ਉਹਨਾਂ ਨੂੰ ਇੱਜ਼ਤ ਮਾਣ ਪ੍ਰਾਪਤ ਹੋਇਆ। ਅਖੀਰਲੇ ਬੰਦ ਵਿੱਚ ਮਹਾਰਾਜ ਜੀ ਕਹਿੰਦੇ, ਨਾਨਕ ਮਨ ਸਮਝਾਈਏ। ਬਸ ਧਿਆਨ ਦੇਣਾ, ਗੁਰਮੁਖ ਕਿਤਾਬਾਂ ਆਪਾਂ ਬਹੁਤ ਪੜ੍ਹ ਲਈਆਂ ਨੇ, ਕਥਾ ਆਪਾਂ ਬਹੁਤ ਸੁਣ ਲਈ ਹੈ, ਪਰ ਕੀਤਾ ਕੀ ਹੈ? ਕੰਮ ਆਪਾਂ ਦੂਜਿਆਂ ਨੂੰ ਸਮਝਾਉਣ ਦਾ ਹੀ ਕੀਤਾ ਹੈ। ਆਪਣੇ ਮਨ ਨੂੰ ਨਹੀਂ ਆਪਾਂ ਸਮਝਾ ਸਕੇ। ਸਭ ਤੋਂ ਵੱਡੀ ਜਿੱਤ ਤੇ ਇਹ ਹੈ ਕਿ ਅਸੀਂ ਆਪਣੇ ਮਨ ਨੂੰ ਸਮਝਾ ਸਕੀਏ। ਤੇ ਕਿਵੇਂ ਸਮਝੇਗਾ ਮਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਨਕ ਮਨ ਸਮਝਾਈਏ। ਜਿਹੜੇ ਮਨ ਨੇ ਸਮਝਣਾ ਸੀ ਉਹ ਤੇ ਗੁਰਦੁਆਰੇ ਆਉਂਦਾ ਹੀ ਨਹੀਂ। ਉਹ ਮਨ ਤੇ ਕਿਤੇ ਬਾਹਰ ਹੀ ਚਲਾ ਜਾਂਦਾ ਹੈ। ਕਦੇ ਅੱਖਾਂ ਰਾਹੀਂ ਭੱਜ ਜਾਂਦਾ ਹੈ, ਕਦੇ ਕੰਨਾਂ ਰਾਹੀਂ ਭੱਜ ਜਾਂਦਾ ਹੈ। ਆ ਕੌਣ ਆਇਆ ਹੈ, ਕਿੱਥੋਂ ਆਇਆ ਹੈ? ਮਨ ਤੇ ਦੌੜ ਗਿਆ ਬਾਹਰ। ਇਸ ਕਰਕੇ ਤੇ ਅਸਰ ਨਹੀਂ ਹੋਇਆ। ਸਾਲਾਂ ਦੇ ਸਾਲ ਲੰਘੇ ਗੁਰਦੁਆਰੇ ਜਾਂਦੇ ਹਨ। ਜਿਹੜਾ ਮਰੀਜ਼ ਹਸਪੀਟਲ ਜਾਣ ਵਾਸਤੇ ਤਿਆਰ ਹੀ ਨਹੀਂ ਤੇ ਕਹਿ ਦੇਵੇ ਬਿਮਾਰ ਮੈਂ ਆ ਤੇ ਮੇਰੀ ਥਾਂ ਤੇ ਕਿਸੇ ਹੋਰ ਨੂੰ ਭੇਜ ਦਿਓ, ਉਹਦਾ ਇਲਾਜ ਕੀ ਹੋਣਾ? ਬਿਮਾਰੀ ਤੇ ਸਾਰੀ ਮਨ 'ਚ ਹੈ ਤੇ ਮਨ ਗੁਰਦੁਆਰੇ ਆਉਂਦਾ ਹੀ ਨਹੀਂ। ਜੇ ਆਉਂਦਾ ਤੇ ਨਾਲ ਦੀ ਨਾਲ ਬਾਹਰ ਭੱਜ ਜਾਂਦਾ। ਮਹਾਰਾਜ ਜੀ ਕਹਿੰਦੇ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ। ਗੁਰੂ ਦੇ ਸ਼ਬਦ ਦੀ ਸਲਾਹ ਕਰਕੇ, ਸਿਫਤ ਕਰਕੇ ਆਪਣੇ ਮਨ ਨੂੰ ਸਮਝਾਓ। ਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮ ਤਿਨਹਾ। ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰਤੇ ਗਏ, ਉਹਨਾਂ ਦੇ ਜੀਵਨ ਦੀ ਇੱਕ ਸਭ ਤੋਂ ਵੱਡੀ ਨਿਸ਼ਾਨੀ ਹੈ, ਨਾ ਉਹਨਾਂ ਦੇ ਜੀਵਨ ਵਿੱਚ ਭਰਮ ਹੋਏਗਾ ਤੇ ਨਾ ਉਹਨਾਂ ਦੇ ਮਨ ਤੇ ਕਿਸੇ ਤਰ੍ਹਾਂ ਦਾ ਬੋਝ ਹੋਏਗਾ। ਦੋ ਚੀਜ਼ਾਂ ਨੇ ਬੜਾ ਦੁਖੀ ਕੀਤਾ ਗੁਰਮੁਖੋ ਦੁਨੀਆ ਨੂੰ, ਇੱਕ ਭਰਮ ਤੇ ਇੱਕ ਬੋਝ। ਅੱਜ ਦੁਨੀਆ ਦਾ ਬਹੁਤ ਵੱਡਾ ਤਬਕਾ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਾ ਹੈ। ਲੋਕੀ ਡਿਪਰੈਸ਼ਨ ਦੀਆਂ ਦਵਾਈਆਂ ਲੈ ਰਹੇ ਨੇ ਤੇ ਮਹਾਰਾਜ ਜੀ ਨੇ ਬਾਣੀ 'ਚ ਪਹਿਲਾਂ ਹੀ ਦੱਸਤਾ, ਭਾਰ ਪੈ ਗਿਆ ਆਤਮਾ ਤੇ, ਮਨ ਤੇ ਕਰਜ਼ਾ ਚੜ ਗਿਆ ਬਹੁਤ ਵੱਡਾ। ਕਿਉਂਕਿ ਜਿਹੜਾ ਕੰਮ ਕਰਨ ਆਏ ਸੀ ਉਹ ਸਾਡੇ ਤੋਂ ਹੋਇਆ ਨਹੀਂ। ਕਰਜ਼ਾ ਚੜੀ ਜਾ ਰਿਹਾ, ਪੰਡ ਭਾਰੀ ਹੋਈ ਜਾ ਰਹੀ ਹੈ, ਨੀਂਦਾਂ ਉੱਡ ਰਹੀਆਂ ਨੇ, ਬੰਦਾ ਦਿਨ ਕੱਟ ਰਿਹਾ ਆਪਣੀ ਜ਼ਿੰਦਗੀ ਦੇ ਭਾਰ ਥੱਲੇ ਦੱਬਿਆ ਹੋਇਆ। ਮਹਾਰਾਜ ਜੀ ਕਹਿੰਦੇ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ। ਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮਤ ਨਾਹਾ। ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਹਾ। ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਬਹੁਤਾ ਲਾਹਾ ਪ੍ਰਾਪਤ ਹੋ ਜਾਂਦਾ ਹੈ ਤੇ ਨਿਰਭਉ ਅਵਸਥਾ ਦੀ ਦਾਤ ਮਿਲ ਜਾਂਦੀ ਹੈ। ਫਿਰ ਮੌਤ ਦਾ ਡਰ ਨਹੀਂ ਲੱਗਦਾ। ਜਦੋਂ ਆਪਾਂ ਛੋਟੇ ਸੀ ਨਾ ਗੁਰਮੁਖੋ, ਤੇ ਮਾਂ ਕਹਿੰਦੀ ਸੀ, ਆ ਬੇਟਾ ਮੈਂ ਤੈਨੂੰ ਨਵਾ ਦਿਆਂ। ਬੱਚਾ ਨਹਾਉਣ ਤੋਂ ਬੜਾ ਡਰਦਾ ਹੁੰਦਾ, ਠੰਡ ਦੇ ਦਿਨ ਹੋਣੇ, ਮਾਂ ਨੇ ਪਿੱਛੇ ਪਿੱਛੇ ਭੱਜਣਾ, ਮਾਂ ਨੇ ਆਵਾਜ਼ਾਂ ਮਾਰਨੀਆਂ, ਬੇਟਾ ਆ ਤੇਰੇ ਕੱਪੜੇ ਗੰਦੇ ਹੋ ਗਏ, ਮੈਂ ਤੇਰਾ ਇਸ਼ਨਾਨ ਕਰਾਵਾਂਗੀ, ਤੈਨੂੰ ਸੋਹਣੇ ਕੱਪੜੇ ਪਾ ਦਿਆਂਗੀ।
ਤੇ ਗੁਰਮਖੋ ਭਗਤਾਂ ਵਾਸਤੇ, ਰੱਬ ਦੇ ਪਿਆਰਿਆਂ ਵਾਸਤੇ ਜਿਹੜੀ ਮੌਤ ਹੈ ਨਾ, ਉਹ ਮਾਂ ਬਣ ਕੇ ਆਵਾਜ਼ ਦਿੰਦੀ ਹੈ, ਆਓ ਮੈਂ ਤੁਹਾਡੇ ਪੁਰਾਣੇ ਕੱਪੜੇ ਲਾਹ ਕੇ ਤੁਹਾਨੂੰ ਨਵੇਂ ਕੱਪੜੇ ਪਾ ਦਿਆਂ। ਮਨਮੁਖ ਬੰਦਾ ਮੌਤ ਤੋਂ ਭੱਜਦਾ ਹੈ, ਪਰ ਗੁਰਮੁਖਾਂ ਨੂੰ ਪਤਾ ਹੈ ਇਸ ਮੌਤ ਨੇ ਮੇਰੇ ਪੁਰਾਣੇ ਕੱਪੜੇ ਬਦਲ ਦੇਣੇ, ਕਿਉਂਕਿ ਉਹਨਾਂ ਨੇ ਸਰੀਰ ਨੂੰ ਆਪਣਾ ਆਪਾ ਨਹੀਂ ਨਾ ਸਮਝਿਆ, ਉਹ ਤੇ ਸਰੀਰ ਨੂੰ ਚੋਲਾ ਸਮਝਦੇ ਨੇ। ਸਰੀਰ ਤੇ ਚੋਲਾ ਹੈ, ਇਹਨੇ ਪੁਰਾਣਾ ਵੀ ਹੋਣਾ ਹੈ, ਇਹਨੇ ਮੈਲਾ ਵੀ ਹੋਣਾ ਹੈ, ਇਹਨੇ ਇੱਕ ਦਿਨ ਫਟਣਾ ਵੀ ਹੈ। ਤੇ ਰੱਬ ਦੇ ਪਿਆਰੇ ਤੇ ਬੜੇ ਚਾਅ ਨਾਲ ਇਸ ਚੋਲੇ ਨੂੰ ਲਾਹ ਦਿੰਦੇ ਨੇ। ਆਹ ਜਿਹੜੇ ਦਿਨ ਆ ਰਹੇ ਨੇ ਨਾ ਗੁਰਮੁਖੋ, ਉਹਦੀਆਂ ਰਾਤਾਂ ਆ ਰਹੀਆਂ ਨੇ, ਆਪਾਂ ਉਹਨਾਂ ਬਾਬਿਆਂ ਨੂੰ ਨਮਸਕਾਰ ਕਰਨੀ ਹੈ ਜਿਨ੍ਹਾਂ ਨੇ ਹੱਸਦਿਆਂ ਹੋਇਆਂ ਆਪਣੀਆਂ ਛੋਟੀਆਂ ਉਮਰਾਂ ਦੇ ਵਿੱਚ ਆਪਣੇ ਸਰੀਰ ਦੇ ਚੋਲਿਆਂ ਨੂੰ ਲਾਹ ਦਿੱਤਾ। ਹਾਏ ਨਹੀਂ ਆਖੀ, ਚੀਸ ਨਹੀਂ ਮਾਰੀ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਚੋਲੇ ਨੇ, ਇਸ ਤੋਂ ਵੱਧ ਕੁਝ ਨਹੀਂ। ਸੋ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਬਖਸ਼ਿਸ਼ ਕਿਰਪਾ ਕੀਤੀ, ਤੁਛ ਬੁੱਧੀ ਦੇ ਮੁਤਾਬਕ ਵਿਚਾਰਾਂ ਦੀ ਸਾਂਝ ਕੀਤੀ ਗਈ ਹੈ। ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਆਪ ਸਰਬੱਤ ਸੰਗਤ ਨੇ ਕੀ